ਉਹਦੀ ਪਹਿਲੀ ਆਇਤ ਤੋਂ ਲੈ ਕੇ कुछ आयतां के 4-5 आयतां पढ़ना। जिन्हां दे कोल बाइबल है तुसीं जरूर अपनी बाइबल नूं देखो, जिहड़े पढ़ सकते आ अपनी बाइबल नूं खोलो। मत्ती दी अंजील उहदा 24 अध्याय उहदी पहली आयत तो लैके थोड़ा जा अगे पढ़ना है। यसू हेकलों बाहर निकल के चलिया जांदा सी कि ਉਹਦੇ चेले उस कोल आए जो हेकल दी इमारतां ਉਹਨੂੰ ਵਿਖਾਲਣ, ਪਰ ਉਸ ਨੇ ਅੱਗੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਸਭਨਾਂ ਚੀਜ਼ਾਂ ਨੂੰ ਨਹੀਂ ਵੇਖਦੇ? ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਇੱਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਏਗਾ ਜੋ ਡਿੱਗਿਆ ਨਾ ਜਾਵੇ। ਜਦ ਉਹ ਜੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ, ਉਹਦੇ ਚੇਲੇ ਉਹਦੇ ਕੋਲ ਵੱਖਰੇ ਹੋ ਕੇ ਆਏ ਅਤੇ ਪੁੱਛਿਆ, ਸਾਨੂੰ ਦੱਸ ਜੋ ਇਹ ਗੱਲਾਂ ਕਦ ਹੋਣਗੀਆਂ ਅਤੇ ਤੇਰੇ ਆਉਣ ਔਰ ਯੁੱਗ ਦੇ ਅੰਤ ਦਾ ਕੀ ਲੱਛਣ ਹੋਊ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਚੌਕਸ ਰਹੋ ਭਈ ਤੁਹਾਨੂੰ ਕੋਈ ਭੁਲਾਵੇ ਵਿੱਚ ਨਾ ਪਾਵੇ, ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਹੋਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਤੁਸੀਂ ਲੜਾਈਆਂ ਦੀਆਂ ਆਵਾਜ਼ਾਂ ਸੁਣੋਗੇ। ਖਬਰਦਾਰ ਕਿਤੇ ਘਬਰਾ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਹੋਣਗੀਆਂ ਹੀ ਹਨ, ਪਰ ਅਜੇ ਅੰਤ ਨਹੀਂ। ਕੌਮ ਉੱਤੇ ਅਤੇ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਅਤੇ ਥਾਂ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ। ਬਸ ਅਸੀਂ ਆਖਰਲੇ ਸਮੇਂ ਦੀ ਭਵਿੱਖਬਾਣੀ ਜਿਹੜੀ ਯਿਸੂ ਮਸੀਹ ਨੇ ਕੀਤੀ ਆ ਉਹਨੂੰ ਪੜ੍ਹਿਆ ਬਾਈਬਲ ਚ। ਵਾਹਿਗੁਰੂ ਜੀ, ਹੈਲੋ, ਜਰਾ ਥੋੜਾ ਧਿਆਨ ਰੱਖ। ਆਖਰਲੇ ਸਮੇਂ ਦੀ ਭਵਿੱਖਬਾਣੀ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਕੀਤੀ, ਆ ਸਮਾਂ ਜਿਹੜਾ ਸਾਡੇ ਤੇ ਆ ਗਿਆ। ਬਾਈਬਲ ਵਿੱਚ ਲਿਖਿਆ ਹੈ ਆਖਰਲੇ ਸਮੇਂ ਥਾਂ ਥਾਂ ਕਾਲ ਪੈਣਗੇ। ਕਾਲ ਪੈਣ ਦੀ ਨੌਬਤ ਆ ਗਈ ਹੈ। ਇਕੱਠ ਹੋਣਾ ਬੰਦ ਕੀਤਾ ਜਾ ਰਿਹਾ, ਸੰਗਤੀਆਂ ਬੰਦ ਹੋ ਰਹੀਆਂ। ਸੰਗਤੀਆਂ ਨਹੀਂ ਹੋਣਗੀਆਂ, ਕਿਤੇ ਚਰਚ ਨਹੀਂ ਲੱਗਣਗੀ। ਲੋਕਾਂ ਦੇ ਇਕੱਠ ਤੇ ਪਾਬੰਦੀ ਹੈ। ਬਾਣੀ ਦਾ ਕਾਲ ਪੈ ਜਾਵੇਗਾ। ਆਮੋਸ ਦੀ ਪੁਸਤਕ ਦੇ ਵਿੱਚ ਵੀ ਇਹਦੀ ਭਵਿੱਖਬਾਣੀ ਜਿਹੜੀ ਆ ਉਹ ਕੀਤੀ ਗਈ। ਆਮੋਸ ਦੀ ਪੁਸਤਕ ਪੁਰਾਣਾ ਨਿਯਮ ਦੇ ਵਿੱਚ ਉਹਦਾ 8 ਬਾਬ ਉਹਦੀ 11ਵੀਂ ਆਇਤ ਨੂੰ ਜਦੋਂ ਪੜ੍ਹਦੇ ਆ, ਇਹਦੇ ਵਿੱਚ ਲਿਖਿਆ ਹੈ, ਹੁਣ ਰੋਟੀ ਪਾਣੀ ਦਾ ਕਾਲ ਨਹੀਂ ਪਵੇਗਾ, ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ। ਤੁਹਾਨੂੰ ਪਤਾ ਜਿਹੜੇ ਬੀਜਦੇ ਨਹੀਂ ਉਹਨਾਂ ਦੇ ਘਰੇ ਵੀ ਬੋਰੀਆਂ ਲੱਗੀਆਂ ਹੋਈਆਂ ਕਣਕ ਦੀਆਂ। ਗੌਰਮੈਂਟ ਜਿਹੜੀ ਆ ਉਹ ਉਹਨਾਂ ਨੂੰ ਵੀ ਦੇ ਰਹੀ ਆ। ਅਨਾਜ ਬਹੁਤ ਹੋਏਗਾ, ਹਰ ਚੀਜ਼ ਦੀ ਬਹੁਤਾਇਤ ਹੋਏਗੀ। ਪੈਸਾ ਵੀ ਦੁਨੀਆ ਕੋਲ ਬਹੁਤ ਹੈ, ਹਰ ਚੀਜ਼ ਵਰਤਣ ਤੋਂ ਜ਼ਿਆਦਾ ਹੈ। ਜੇ ਗੱਲ ਕਰੀਏ ਕੋਈ ਵੀ ਚੀਜ਼, ਹਰ ਚੀਜ਼ ਸਾਡੇ ਕੋਲ ਵਰਤਣ ਤੋਂ ਜ਼ਿਆਦਾ ਹੈ। ਪਰ ਬਾਈਬਲ ਵਿੱਚ ਜੋ ਲਿਖਿਆ, ਇਹ ਸਮਾਂ ਉਹ ਆ ਪਹੁੰਚਿਆ ਹੈ ਜਿਹਦੀ ਭਵਿੱਖਬਾਣੀ ਅਫਸੀਆਂ ਦੀ ਪੱਤਰੀ ਦੇ ਵਿੱਚ ਪਲੂਸ ਦੁਆਰਾ ਕੀਤੀ ਗਈ। ਸਮੇਂ ਨੂੰ ਆਪਣੇ ਲਈ ਲਾਭਦਾ ਕਰੋ ਕਿਉਂਕਿ ਦਿਨ। ਪਲੂਸ ਦੇ ਸਮੇਂ ਵੀ ਇਹ ਐਸਾ ਸਮਾਂ ਆਇਆ, ਕਲੀਸਿਆ ਉੱਤੇ ਜ਼ੁਲਮ ਹੋਇਆ। ਰਸੂਲਾਂ ਦੀ ਤਾਲੀਮ ਜਦੋਂ ਅਸੀਂ ਪੜ੍ਹਦੇ ਹਾਂ, ਰਸੂਲਾਂ ਦੀ ਪੁਸਤਕ ਨੂੰ ਪੜ੍ਹਦੇ ਹਾਂ, ਉੱਥੇ ਕਲੀਸਿਆ ਤੇ ਤਸ਼ੱਦਦ ਹੋਏ, ਇਮਾਨਦਾਰ ਫੈਲ ਗਏ। ਉਹ ਕਲੀਸਿਆ ਦੀ ਬੜੌਤੀ ਦਾ ਕਾਰਨ ਹੋਇਆ। ਜਿੱਥੇ ਜਿੱਥੇ ਕੋਈ ਇਮਾਨਦਾਰ ਗਿਆ ਉੱਥੇ ਉਹਨੇ ਜਾ ਕੇ ਪ੍ਰਭੂ ਦਾ ਵਚਨ ਸੁਣਾਉਣਾ ਸ਼ੁਰੂ ਕੀਤਾ। ਪਰ ਹੁਣ ਇਹ ਵਚਨ ਕਾਫੀ ਫੈਲ ਚੁੱਕਾ ਹੈ। ਹੁਣ ਇਸ ਤੇ ਪਾਬੰਦੀਆਂ ਲੱਗ ਰਹੀਆਂ। ਤੁਸੀਂ ਜਿਹੜੇ ਖਬਰਾਂ ਸੁਣਦੇ ਹੋਵੋਗੇ, ਤੁਹਾਨੂੰ ਪਤਾ ਹੈ ਸਾਰੀ ਜਗ੍ਹਾ ਹਰ ਤਰ੍ਹਾਂ ਦੇ ਇਕੱਠ ਹੋ ਰਹੇ ਆ। ਗੌਰਮੈਂਟ ਕਹਿ ਰਹੀ ਆ ਕਿ ਇਕੱਠ ਨਹੀਂ ਹੋਣਾ ਚਾਹੀਦਾ, ਪਰ ਲੋਕ ਚਾਹੇ ਤਾਂ ਧੱਕਾਸ਼ਾਹੀ ਕਰਦੇ ਆ ਤਾਂ ਕਰਦੇ ਆ,
ਜਾਂ ਇਹ ਗਵਰਨਮੈਂਟ ਉਹਨਾਂ ਨੂੰ ਨਹੀਂ ਰੋਕਦੀ। ਸਾਨੂੰ ਪਤਾ ਹੈ ਮਸੀਹ ਲੋਕ ਧੱਕਾਸ਼ਾਹੀ ਕਰ ਸਕਦੇ, ਇਹ ਧੱਕਾਸ਼ਾਹੀ ਨਹੀਂ ਕਰਦੇ, ਇਹ ਕਾਨੂੰਨ ਦੇ ਅੰਦਰ ਰਹਿੰਦੇ ਆ। ਇਹਨਾਂ ਦੇ ਉੱਤੇ ਜ਼ਬਰਦਸਤ ਇਹ ਕਾਨੂੰਨ ਲਾਗੂ ਕਰ ਦਿੱਤਾ ਗਿਆ, 20 ਤੋਂ ਵੱਧ ਕਿਤੇ ਇਕੱਠੇ ਨਹੀਂ ਹੋਣਾ। ਜੇ ਅੱਜ ਥੋੜੀ ਬਹੁਤੀ ਢਿੱਲ ਹੈ, ਦਿਨ ਪ੍ਰਤੀ ਦਿਨ ਇਹਦੀ ਨਕੇਲ ਕੱਸੀ ਜਾਣੀ ਆ। ਸਾਨੂੰ ਕਲਾਮ ਸੁਣਨ ਨੂੰ ਨਹੀਂ ਮਿਲਦਾ। ਸਭ ਕੁਝ ਤੁਹਾਡੇ ਘਰਾਂ 'ਚ ਹੋਵੇਗਾ, ਪਰ ਜਿਹੜੇ ਲੋਕੀ ਇਮਾਨਦਾਰ ਲੋਕ ਨੇ, ਜਿਹੜੇ ਲੋਕੀ ਪ੍ਰਭੂ ਦੇ ਲੋਕ ਨੇ, ਜਿਹੜੇ ਲੋਕੀ ਵਚਨ ਦੀ ਤਾਲੀਮ ਲੈਣਾ ਚਾਹੁੰਦੇ ਆ, ਜਿਹੜੇ ਲੋਕੀ ਕਲਾਮ ਸੁਣਨਾ ਚਾਹੁੰਦੇ ਆ, ਉਹਨਾਂ ਦੀ ਰੂਹ ਤੜਫਦੀ ਰਹੇਗੀ। ਕਲਾਮ ਉਹਨਾਂ ਤੱਕ ਨਹੀਂ ਪਹੁੰਚੇਗਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ, ਆਮੋਸ ਦੁਆਰਾ ਅਸੀਂ ਇਸ ਵਚਨ ਨੂੰ ਪੜ੍ਹੀਏ, ਆਮੋਸ 8 ਬਾਬ ਦੀ 11ਵੀਂ ਆਇਤ। ਵੇਖ ਉਹ ਦਿਨ ਆਉਂਦੇ ਹਨ, ਪ੍ਰਭੂ ਯਹੋਵਾ ਦਾ ਵਾਕ ਹੈ ਕਿ ਮੈਂ ਦੇਸ਼ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਪਿਆ, ਸਗੋਂ ਯਹੋਵਾ ਦੀ ਬਾਣੀ ਦੇ ਸੁਣਨ ਦਾ। ਇਹ ਗੱਲ ਪਰਮੇਸ਼ਰ ਨੇ ਕਹੀ ਹੈ, ਹੁਣ ਇੱਥੇ ਯਿਸੂ ਮਸੀਹ ਕਹਿ ਰਿਹਾ ਹੈ। ਇਹਦਾ ਕਾਰਨ ਇਹ ਆ ਕਿ ਦੁਨੀਆ ਦਾ ਅੰਤ ਆ ਗਿਆ। ਹੁਣ ਦੁਨੀਆ ਦਾ ਅੰਤ ਆ ਗਿਆ। ਜਦੋਂ ਪਾਪ ਵਧਿਆ, ਉਦੋਂ ਖੁਦਾ ਨੇ ਇਹ ਧਰਤੀ ਨੂੰ ਕੀ ਕੀਤਾ? ਉਥਲ ਪੁਥਲ ਕਰ ਦਿੱਤਾ। ਉਤਪਤ ਦੇ 6 ਬਾਬ ਦੇ ਵਿੱਚ ਅਸੀਂ ਜਦੋਂ ਪੜ੍ਹਦੇ ਆ, ਉੱਥੇ ਖੁਦਾਵੰਦ ਦੇ ਵਚਨ 'ਚ ਲਿਖਿਆ, ਲੋਕਾਂ ਦਾ ਪਾਪ ਇੰਨਾ ਵੱਧ ਗਿਆ, ਬਹੁਤ ਬੁਰੀ ਹਾਲਾਤ ਹੋ ਗਈ। ਖੁਦਾਵੰਦ ਇਨਸਾਨ ਦੇ ਬਣਾਉਣ ਤੋਂ ਗਰਜ ਹੋਇਆ ਔਰ ਉਸਨੇ ਪਾਣੀ ਦੇ ਨਾਲ ਇਹਨਾਂ ਲੋਕਾਂ ਦਾ ਕੀ ਕਰ ਦਿੱਤਾ? ਪਰ ਉਹਦੇ ਵਿੱਚ ਉਹ ਲੋਕ ਬਚ ਗਏ ਜਿਹੜੇ ਪਰਮੇਸ਼ਰ ਦੇ ਪ੍ਰੇਮੀ ਸੀ, ਜਿਹੜੇ ਪਰਮੇਸ਼ਰ ਦੇ ਪਿਆਰੇ ਸਨ। ਖੁਦਾ ਦੇ ਕਲਾਮ 'ਚ ਲਿਖਿਆ, ਜਦੋਂ ਸਦੂਮ ਤੇ ਅਮੂਰਾ ਦਾ ਪਾਪ ਵੱਧ ਗਿਆ, ਉਦੋਂ ਖੁਦਾ ਨੇ ਅੱਗ ਤੇ ਗੰਧਕ ਨੂੰ ਭੇਜ ਕੇ ਉਹਨਾਂ ਲੋਕਾਂ ਦਾ ਨਾਸ਼ ਕੀਤਾ, ਪਰ ਉਹਦੇ ਵਿੱਚ ਵੀ ਉਹ ਬਚ ਗਏ ਜਿਹੜੇ ਪਰਮੇਸ਼ਰ ਦੇ ਜਨ ਸਨ। ਹੁਣ ਵੀ ਉਹ ਲੋਕ ਬਚ ਜਾਣੇ ਆ ਜਿਹੜੇ ਪ੍ਰਭੂ ਦੇ ਪਿਆਰੇ ਆ। ਉਹ ਲੋਕ ਬਚ ਜਾਣੇ ਆ ਜਿਹੜੇ ਪ੍ਰਭੂ ਤੇ ਈਮਾਨ ਰੱਖਦੇ ਆ, ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਆ, ਜਿਹੜੇ ਪ੍ਰਭੂ ਦੀ ਬਾਣੀ ਨੂੰ ਮੰਨਦੇ ਆ, ਜਿਨ੍ਹਾਂ ਨੇ ਪਾਪ ਤੋਂ ਤੌਬਾ ਕਰ ਲਈ ਹੈ, ਜਿਨ੍ਹਾਂ ਨੇ ਬਪਤਿਸਮਾ ਲਿਆ ਹੈ, ਜਿਹੜੇ ਖੁਦਾਵੰਦ ਦੇ ਲੋਕ ਨੇ, ਯਿਸੂ ਮਸੀਹ ਦੇ ਲੋਕ ਨੇ, ਉਹ ਹੁਣ ਵੀ ਬਚ ਜਾਣੇ ਆ। ਪਰ ਬੁਰਾ ਹਾਲ ਕਿਹਨਾਂ ਦਾ ਹੋਣਾ? ਜਿਹੜੇ ਅਜੇ ਵੀ ਰੱਬ ਦੀ ਬਾਣੀ ਨੂੰ ਨਹੀਂ ਮੰਨਦੇ। ਬਾਣੀ ਮੰਨਣ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਬਾਈਬਲ ਪੜ੍ਹਦਾ ਹਾਂ। ਬਾਣੀ ਮੰਨਣ ਦਾ ਇਹ ਵੀ ਮਤਲਬ ਨਹੀਂ ਕਿ ਮੈਨੂੰ ਯਿਸੂ ਮਸੀਹ ਦੀ ਸਾਰੀ ਜ਼ਿੰਦਗੀ ਦੇ ਬਾਰੇ ਪਤਾ ਹੈ। ਬਾਣੀ ਪੜ੍ਹਨ ਦਾ ਇਹ ਵੀ ਮਤਲਬ ਨਹੀਂ ਕਿ ਮੈਂ ਐਤਵਾਰ ਨੂੰ ਚਰਚ ਜਾਂਦਾ ਹਾਂ। ਬਾਣੀ ਪੜ੍ਹਨ ਦਾ ਇਹ ਵੀ ਮਤਲਬ ਨਹੀਂ ਕਿ ਮੇਰੀ ਬੜੇ ਵੱਡੇ ਪਾਦਰੀ ਦੇ ਨਾਲ ਸੰਗਤੀ ਹੈ। ਬਾਣੀ ਪੜ੍ਹਨ ਦਾ ਇਹ ਵੀ ਮਤਲਬ ਨਹੀਂ ਕਿ ਸਾਡੇ ਘਰ ਤੇ ਬੜੇ ਰੱਬ ਦੇ ਸੇਵਕ ਆਉਂਦੇ ਆ। ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ। ਬਾਣੀ ਦਾ ਪੜ੍ਹਨ ਦਾ ਮਤਲਬ, ਬਾਣੀ ਨੂੰ ਸੁਣਨ ਦਾ ਮਤਲਬ ਇਹ ਹੈ, ਜੈਸਾ ਅਸੀਂ ਸੁਣਦੇ ਹਾਂ ਉਸ ਤਰੀਕੇ ਨਾਲ ਆਪਣੇ ਜੀਵਨ ਨੂੰ ਕੀ ਕਰਨਾ? ਚਲਾਉਣਾ। ਇਹ ਸਭ ਕੁਝ ਕਰੀਏ ਪਰ ਸੇਵਕਾਂ ਦੀ ਗੱਲ ਨਾ ਮੰਨੀਏ ਤੇ ਕੋਈ ਲਾਭ ਨਹੀਂ। ਸੋ ਖੁਦਾ ਦੇ ਕਲਾਮ 'ਚ ਲਿਖਿਆ, ਹੁਣ ਵਚਨ ਦਾ ਕਾਲ ਜਿਹੜਾ ਉਹ ਪੈ ਚੁੱਕਾ ਹੈ। ਪਾਬੰਦੀਆਂ ਲੱਗ ਗਈਆਂ। ਤੁਸੀਂ ਪ੍ਰਚਾਰ ਖੁੱਲ੍ਹੇਆਮ ਨਹੀਂ ਸੁਣ ਸਕਦੇ, ਖੁੱਲ੍ਹੇਆਮ ਨਹੀਂ ਕਰ ਸਕਦੇ। ਹੋ ਸਕਦਾ ਹੈ ਇਹ ਪ੍ਰਚਾਰ ਜਿਹੜਾ ਇਲੈਕਟ੍ਰੋਨਿਕ ਮੀਡੀਆ ਰਾਹੀਂ ਹੋ ਰਿਹਾ, ਇਹਦੇ ਉੱਤੇ ਵੀ ਪਾਬੰਦੀ ਲੱਗ ਜਾਏ, ਇਹਨੂੰ ਵੀ ਬੰਦ ਕੀਤਾ ਜਾਵੇ। ਪਰ ਕਰਨਾ ਕੀ ਹੈ? ਹੁਣ ਕਰਨਾ ਕੀ ਹੈ? ਮੇਰੇ ਨਾਲ ਪ੍ਰਭੂ ਦੇ ਕਲਾਮ ਚੋਂ ਯੋਹੰਨਾ ਦੇ ਪ੍ਰਕਾਸ਼ ਦੀ ਪੋਥੀ, ਉਹਦਾ 2 ਬਾਬ ਕੱਢੀ। ਉਹਦੀ 18 ਆਇਤ ਤੋਂ ਲੈ ਕੇ ਉਹਦੀ 25 ਆਇਤ ਤੱਕ ਪੜ੍ਹਨਾ ਹੈ। ਦਉਤਾਰੀਏ ਦੀ ਕਲੀਸਿਆ ਦੇ ਦੂਤ ਨੂੰ। ਦਉਤਾਰੀਏ ਨਹੀਂ ਲਿਖਿਆ, ਥੁਆਤੀਰੇ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ,
ਵੀ ਪਰਮੇਸ਼ਰ ਦਾ ਪੁੱਤਰ ਜਿਹਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਏ ਹਨ, ਇਹ ਆਖਦਾ ਹੈ ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨੇਚਾ, ਸੇਵਾ, ਸਬਰ ਨੂੰ ਜਾਣਦਾ ਹਾਂ। ਨਾਲੇ ਇਹ ਵੀ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵੱਧ ਹਨ। ਸਮਝ ਲੱਗੀ ਕੀ ਲਿਖਿਆ ਇੱਥੇ? ਖੁਦਾਵੰਦ ਦੇ ਦੂਤ ਨੇ ਇਹ ਵਚਨ ਜਿਹੜਾ ਖੁਦਾ ਨੇ ਯਿਸੂ ਮਸੀਹ ਨੇ ਥੁਆਤੀਰੇ ਦੀ ਕਲੀਸਿਆ ਨੂੰ ਦਿੱਤਾ। ਖੁਦਾਵੰਦ ਸਾਡੀ ਰੋਜ਼ ਪੂਣ ਛਾਣ ਕਰਦਾ, ਰੋਜ਼ ਸਾਨੂੰ ਦੇਖਦਾ, ਹਰ ਪਲ ਸਾਨੂੰ ਦੇਖਦਾ। ਇੱਥੇ ਧਿਆਨ ਰੱਖੋ, ਇੱਥੇ ਲਿਖਿਆ ਉਹ ਕਲੀਸਿਆ ਪ੍ਰਭੂ ਚ ਕੰਮ ਕਰ ਵੱਧ ਰਹੀ ਆ। ਸੁਣਿਆ ਤੁਸੀਂ ਪੜ੍ਹਿਆ, ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨੇਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ। ਕਿੰਨੀਆਂ ਗੱਲਾਂ ਤੁਸੀਂ ਪੜ੍ਹੀਆਂ? ਮੈਂ ਤੇਰੇ ਕੰਮਾਂ ਨੂੰ, ਯਾਨੀ ਤੁਸੀਂ ਵੱਧ ਰਹੇ ਹੋ ਮਸੀਹ ਵਿੱਚ, ਪ੍ਰੇਮ ਵਿੱਚ ਵੱਧ ਰਹੇ ਹੋ, ਨੇਚਾ ਵਿੱਚ ਵੱਧ ਰਹੇ ਹੋ, ਸਬਰ ਵਿੱਚ ਵੱਧ ਰਹੇ ਹੋ। ਖੁਦਾ ਕਹਿੰਦਾ ਮੈਂ ਸਭ ਕੁਝ ਜਾਣਦਾ, ਪਰ ਫਿਰ ਵੀ ਇੱਕ ਪ੍ਰੋਬਲਮ ਆ ਰਹੀ ਹੈ। ਹੁਣ ਅਸੀਂ ਗੀਤ ਗਾਉਂਦੇ ਹੁੰਦੇ ਸੀ, ਮਿਲੇਗਾ ਨਹੀਂ ਤੈਨੂੰ ਸੱਚਾ ਕਲਾਮ। ਕਿਹੜਾ ਕਲਾਮ ਨਹੀਂ ਮਿਲੇਗਾ? ਕਲਾਮ ਮਿਲੇਗਾ, ਸੇਵਕ ਮਿਲੇਗਾ। ਮੈਂ ਇਸ ਗੱਲ ਨੂੰ ਪੜ੍ਹ ਕੇ ਸੋਚਦਾ ਸੀ, ਜਿਹੜਾ ਕੋਈ ਪ੍ਰਾਹੁਣਾ ਘਰ ਚ ਆਉਂਦਾ ਉਹ ਤੁਹਾਨੂੰ ਤੁਹਾਡੇ ਘਰ ਦੇ ਸਿਸਟਮ ਦੇ ਬਾਰੇ ਕੁਝ ਸਿਖਾਉਂਦਾ ਆਣਗੇ ਕਿ ਨਹੀਂ? ਕਿਉਂ ਭੈਣੋ? ਭੈਣ ਵੀ ਤਾਂ ਜਦੋਂ ਕੋਈ ਪ੍ਰਾਹੁਣਾ ਘਰ ਚ ਆਵੇ ਉਹ ਸਾਡੇ ਘਰ ਦੇ ਸਿਸਟਮ ਬਾਰੇ ਸਾਨੂੰ ਸਿਖਾਏਗਾ ਨਹੀਂ, ਤੁਸੀਂ ਏਦਾਂ ਕਰੋ, ਏਦਾਂ ਕਰਿਆ ਕਰੋ। ਉਹ ਤਾਂ ਨਹੀਂ ਸਿਖਾਉਂਦਾ ਨਾ, ਉਹ ਨਹੀਂ ਸਿਖਾਉਂਦਾ। ਉਹਦਾ ਕੰਮ ਕੀ ਹੁੰਦਾ? ਉਹਦੀ ਸੇਵਾ ਕੀਤੀ ਜਾਵੇ, ਰੋਟੀ ਪਾਣੀ ਖਿਲਾਇਆ ਜਾਵੇ, ਉਹਨੂੰ ਬੜੇ ਠੀਕ ਦੇ ਜਿਵੇਂ ਉਹ ਚਾਹੁੰਦਾ ਉਦਾਂ ਰੱਖਿਆ ਜਾਵੇ, ਤਾਂ ਕਿ ਬਾਹਰ ਜਾ ਕੇ ਸਾਡੀ ਬਦਨਾਮੀ ਨਾ ਕਰੇ। ਤੇ ਜਦੋਂ ਉਹ ਚੰਗੀਆਂ ਗੱਲਾਂ ਤੇ ਧਿਆਨ ਬਿਲਕੁਲ ਨਹੀਂ ਦਿੰਦਾ, ਜਿਹੜੀ ਕਿਹੜੀ ਮਾੜੀ ਹੁੰਦੀ ਆ ਉਹਦੀ ਜਾ ਕੇ ਚਰਚਾ ਕਰ ਦਿੰਦਾ ਕਿ ਮੇਰੀ ਸੇਵਾ ਕੀਤੀ। ਬਹੁਤੇ ਪ੍ਰਾਹੁਣੇ ਤੇ ਅੱਜ ਕੱਲ੍ਹ ਉਹ ਹੁੰਦੇ ਆ ਜਿਹੜੇ ਸਾਰਾ ਕੁਝ ਭਾਵੇਂ ਘਿਓ ਵੀ ਪਿਲਾ ਦੋ, ਉਹ ਸਹੀ ਨਹੀਂ ਮੰਨਦੇ। ਜਦ ਤੱਕ ਉਹਨਾਂ ਨੂੰ ਸ਼ਰਾਬ ਨਾ ਪਿਲਾਈ ਜਾਵੇ ਉਦੋਂ ਤਦ ਤੱਕ ਉਹ ਚੰਗਾ ਮੰਨਦੇ ਹੀ, ਕਹਿੰਦੇ ਸੇਵਾ ਕੁਝ ਵੀ ਨਹੀਂ ਕੀਤੀ। ਪਰ ਜਿਹੜੇ ਖੁਦਾ ਪਰਸਤ ਲੋਕ ਆ ਉਹ ਇਹ ਗੱਲਾਂ ਨਹੀਂ ਕਰਦੇ। ਮੈਂ ਇਸ ਪ੍ਰਾਹੁਣੇ ਤੋਂ ਮੁਰਾਦ ਹੈ ਜਿਹੜੇ ਤੁਹਾਡੇ ਆਪਣੇ ਸੇਵਕ ਤੋਂ ਬਿਨਾਂ ਤੁਹਾਡੇ ਘਰਾਂ 'ਚ ਇੱਕ ਲੀਹ ਪਈ ਹੋਈ ਹੈ, ਇੱਕ ਗਿਆ ਤੇ ਇੱਕ ਪਾਦਰੀ ਆ ਗਿਆ, ਇੱਕ ਗਿਆ ਤੇ ਇੱਕ ਪਾਦਰੀ, ਉਹ ਪ੍ਰਾਹੁਣਚਾਰੀ ਕਰਦੇ ਹੁੰਦੇ ਨਾ, ਕੋਈ ਹਮਦਰਦੀ ਹੈ ਉਹਨਾਂ ਨੂੰ? ਉਹਨਾਂ ਨੂੰ ਕੋਈ ਹਮਦਰਦੀ ਨਹੀਂ। ਉਹਨਾਂ ਨੂੰ ਕੀ ਚਾਹੀਦਾ? ਆਜੋ ਦੁਆ ਕਰੀਏ, ਅੱਛਾ ਖਾਣਾ ਚਾਹੀਦਾ, ਜਾਣ ਲੱਗਿਆ ਨੂੰ ਪੈਸੇ ਵੀ ਚਾਹੀਦੇ ਆ, ਤੇ ਘਰੋਂ ਬਾਹਰ ਜਾ ਕੇ ਉਹਨੇ ਦੂਸਰੇ ਘਰ ਵੜ ਜਾਣਾ, ਫਿਰ ਉਹਨੇ ਇੱਜ਼ਤ ਮਾਣ ਉੱਥੇ ਵੀ। ਮਤਲਬ ਉਹਨਾਂ ਨੇ ਦਿਨ ਮੁਕਰਰ ਕੀਤੇ ਆ ਕਿ ਚਕਵਾਲ ਵਾਲਿਆਂ ਕੋਲੋਂ ਕਦੋਂ ਆਦਰ ਮਾਣ ਕਰਾਉਣ ਜਾਣਾ, ਮੁਰਾਦਪੁਰੀਆਂ ਕੋਲੋਂ ਕਦੋਂ ਕਰਾਉਣਾ। ਏਦਾਂ ਉਹਨਾਂ ਨੇ ਪ੍ਰਾਹੁਣਚਾਰੀ ਆ ਉਹਨਾਂ ਦੀ ਕਿ ਹਫ਼ਤੇ ਬਾਅਦ ਜਾਂ 10 ਦਿਨ ਬਾਅਦ ਜਾਂ 15 ਦਿਨ ਬਾਅਦ ਉਹ ਤੁਰੇ ਹੀ ਰਹਿੰਦੇ ਆ। ਤੇ ਦੁਆ ਕਿਹਨੇ ਕਰਨੀ ਆ? ਦਰਦ ਕਿਹਨੂੰ ਹੋਏਗਾ? ਜਿਹੜਾ ਘਰ ਦਾ ਮੋਹਤਬਰ ਹੈ ਉਹਨੂੰ ਪਤਾ ਇੰਤਜ਼ਾਮ ਕਿੱਦਾਂ ਕਰਨਾ। ਜਿਹੜੇ ਸੇਵਕ ਦੀ ਸੰਗਤ ਹੁੰਦੀ ਆ ਉਹਨੂੰ ਪਤਾ ਇਹ ਲੋਕ ਮੈਨੂੰ ਖੁਦਾ ਨੇ ਦਿੱਤੇ, ਮੇਰੀ ਜ਼ਿੰਮੇਵਾਰੀ ਲਾਈ ਆ, ਮੈਨੂੰ ਇਹਨਾਂ ਲਈ ਪ੍ਰਾਰਥਨਾ ਕਰਨੀ ਆ। ਇੱਥੇ ਇਹ ਲਿਖਿਆ ਉਸ ਕਲੀਸਿਆ ਦੇ ਬਾਰੇ, ਉਹਨਾਂ ਦੇ ਕੰਮ ਵੀ ਠੀਕ ਆ, ਵੱਧ ਰਹੇ ਆ, ਪਰ ਪ੍ਰੋਬਲਮ ਉੱਥੇ ਆ ਗਈ ਆ ਕਿ ਇੱਕ ਐਸਾ ਸੇਵਕ ਆ ਵੜਿਆ ਜਿਹਦੀ ਜ਼ਿੰਦਗੀ ਤੇ ਪਾਪੀ ਆ, ਪਰ ਮੂੰਹ ਚੋਂ ਕਲਾਮ ਉਹ ਉਹਨਾਂ ਨੂੰ ਕੀ ਕਰਨਾ ਸਿਖਾ ਰਿਹਾ। ਹੁਣ ਘਾਟ ਕਲਾਮ ਦੀ ਹੋਣੀ ਆ। ਕਲਾਮ, ਸੱਚਾ ਕਲਾਮ ਹੁਣ ਦਿਨ ਪ੍ਰਤੀ ਦਿਨ ਨਹੀਂ ਮਿਲਣਾ, ਕਿਉਂਕਿ ਪਾਬੰਦੀਆਂ ਲੱਗ ਜਾਣੀਆਂ, ਇਕੱਠ ਹੋਣੇ ਖਤਮ ਹੋ ਜਾਣੇ, ਸੇਵਕ ਘਰੋਂ ਘਰੀ ਤੁਰ ਪੈਣੇ ਆ। ਸੇਵਕਾਂ ਨੇ ਹੁਣ ਕੀ ਕਰਨਾ? ਘਰੋਂ ਘਰੀ ਜਾਣਾ ਸ਼ੁਰੂ ਕਰ ਦੇਣਾ, ਟਾਈਮ ਆਪਣੀ ਮਰਜ਼ੀ ਨਾਲ ਰੱਖਣੇ ਆ। ਪਰ ਬਾਈਬਲ 'ਚ ਕੀ ਲਿਖਿਆ? ਇਹਨੂੰ ਪੜ੍ਹੀਏ, ਅੱਗੇ ਥੋੜਾ ਜਿਹਾ ਪੜ੍ਹੀਏ।
ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਹਾਂ ਭਈ ਤੂੰ ਉਸ ਤੀਵੀਂ ਇਜ਼ਬਲ ਨੂੰ, ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ, ਝੱਲੀ ਜਾਂਦਾ ਹੈ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ। ਸੁਣੀਏ ਜੀ, ਸਿਖਾਉਂਦੀ ਆ ਤੇ ਨਾਲ ਕੀ ਕਰਦੀ? ਭਰਮਾਉਂਦੀ ਹੈ। ਕੀ ਭਰਮਾਉਣਾ ਜੀ? ਸੇਵਕ ਨੇ ਆਉਣਾ, ਤੁਹਾਨੂੰ ਸਿਖਾਉਣਾ, ਨਾਲ ਨਾਲ ਭਰਮ ਦੇ ਵਿੱਚ ਕੀ ਭਰਮ ਪਾਉਣਾ? ਕੀ ਭਰਮ ਪਾਉਣਾ? ਜਿਹੜਾ ਕਲਾਮ ਤੁਸੀਂ ਸੁਣਿਆ, ਜਿਸ ਤੇ ਤੁਹਾਡਾ ਈਮਾਨ ਆ, ਉਹਦੇ ਵਿੱਚ ਥੋੜਾ ਜਿਹਾ ਸ਼ੱਕ ਪਾ ਕੇ ਆਪਣੇ ਕੋਲ ਕੋਈ ਨਵੀਂ ਗੱਲ ਕੀ ਕਰਦੀ ਆ? ਸ਼ੋਸ਼ਾ ਛੱਡਣਾ। ਕਿਉਂ ਛੱਡਣਾ? ਤੁਸੀਂ ਤੇ ਮੈਂ ਸਮਝ ਲਈਏ ਭਈ ਇਸ ਪਾਦਰੀ ਸਾਹਿਬ ਕੋਲ ਬਹੁਤ ਗਿਆਨ ਆ। ਜਦੋਂ ਅਸੀਂ ਇੱਧਰ ਨੂੰ ਜਾਣਾ, ਸਾਡੇ ਪੈਰ ਉੱਖੜ ਜਾਣੇ। ਜਦੋਂ ਸਾਡੇ ਪੈਰ ਉੱਖੜ ਜਾਣੇ, ਅਸੀਂ ਤੁਰਨਾ ਸ਼ੁਰੂ ਕਰ ਦੇਣਾ, ਅਸੀਂ ਉਲਝ ਜਾਣਾ, ਤਾਲੀਮ ਤੋਂ ਉਲਝ ਜਾਣਾ, ਗਿਆਨ ਤੋਂ ਭਟਕ ਜਾਣਾ, ਈਮਾਨ ਤੋਂ ਭਟਕ ਜਾਣਾ, ਤੇ ਕਿਸੇ ਮੰਜ਼ਿਲ ਤੇ ਅਸੀਂ ਰਹਿਣਾ ਨਹੀਂ। ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਇਹ ਗੱਲ ਸਮਝਾਈ ਭਈ ਥਾਂ ਥਾਂ ਕਾਲ ਪੈਣਗੇ। ਪੁਰਾਣੇ ਨਿਯਮ ਦੀ ਨਬੂਵਤ ਹੈ, ਕਾਲ ਹੁਣ ਰੋਟੀ ਤੇ ਪਾਣੀ ਦਾ ਨਹੀਂ ਪਏਗਾ ਕਾਹਦਾ? ਸੱਚੀ ਬਾਣੀ ਦਾ ਕਾਲ ਜਿਹੜਾ ਉਹ ਪੈ ਜਾਏਗਾ। ਜਦੋਂ ਸੱਚੀ ਬਾਣੀ ਦਾ ਕਾਲ ਪੈ ਗਿਆ, ਤੁਹਾਡੇ ਤੇ ਮੇਰੇ ਕੋਲ ਸਿਖਾਉਣ ਵਾਲੇ ਆਉਣਗੇ, ਉਹ ਸਿੱਖਿਆ ਵੀ ਦੇਣਗੇ ਤੇ ਨਾਲ ਸਾਨੂੰ ਭਰਮ ਦੇ ਵਿੱਚ ਵੀ ਪਾ ਦੇਣਗੇ, ਸ਼ੱਕ ਵਿੱਚ ਪਾ ਦੇਣਗੇ। ਜਦੋਂ ਸ਼ੱਕ ਪੈ ਗਿਆ, ਈਮਾਨ ਵਿੱਚ ਬੰਦਾ ਡੋਲ ਜਾਏਗਾ। ਕੋਈ ਵੀ ਇਮਾਨਦਾਰ ਜਦੋਂ ਉਹਨੂੰ ਬਾਈਬਲ ਦੇ ਅੰਦਰੋਂ ਕੋਈ ਸ਼ੱਕ ਵਾਲੀ ਗੱਲ ਦੱਸਾਂਗੇ, ਉਹ ਜ਼ਰੂਰ ਮੰਨੇਗਾ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ, ਇਸ ਕਲਾਮ ਦੇ ਅੰਦਰ ਬਹੁਤ ਕੁਝ ਲਿਖਿਆ ਹੈ। ਇਹਦੇ ਅੰਦਰ ਦੁਨੀਆ ਦੀ ਤਵਾਰੀਖ ਯਾਨੀ ਹਿਸਟਰੀ ਵੀ ਲਿਖੀ ਆ, ਇਹਦੇ ਅੰਦਰ ਸਾਇੰਸ ਵੀ ਆ, ਇਹਦੇ ਅੰਦਰ ਡਾਕਟਰੀ ਵੀ ਆ, ਇਹਦੇ ਅੰਦਰ ਸ਼ੈਤਾਨ ਦਾ ਕਲਾਮ ਵੀ ਲਿਖਿਆ ਹੋਇਆ। ਇਹਦੇ ਜੋ ਕੋਈ ਸ਼ੈਤਾਨ ਨੇ ਕੀਤਾ ਉਹ ਵੀ ਇਹਦੇ ਅੰਦਰ ਲਿਖਿਆ ਹੋਇਆ। ਜੇਕਰ ਤੁਹਾਨੂੰ ਉਹ ਪੜ੍ਹ ਕੇ ਸੁਣਾ ਦੇਈਏ, ਤੁਸੀਂ ਤੇ ਕਹਿਣਾ ਇਹ ਕੀ ਆ ਭਲਾ? ਕੀ ਕਹਿਣਾ ਜੀ? ਕਿਹਦਾ ਕਲਾਮ ਆ? ਰੱਬ ਦਾ ਕਲਾਮ ਹੀ ਕਹਿਣਾ ਨਾ। ਪਰ ਸਾਨੂੰ ਸਮਝ ਨਹੀਂ। ਫਿਰ ਵੀ ਖੁਦਾ ਦੇ ਕਲਾਮ 'ਚ ਇਹ ਲਿਖਿਆ, ਜਿਹੜੇ ਤੁਸੀਂ ਕੰਮ ਕਰਦੇ ਹੋ, ਮੈਂ ਤੇਰੇ ਕੰਮਾਂ ਨੂੰ, ਤੇਰੇ ਪ੍ਰੇਮ, ਨੇਚਾ ਅਤੇ ਸਬਰ ਨੂੰ ਜਾਣਦਾ। ਤੁਹਾਡੇ ਕੰਮ ਪਹਿਲਾਂ ਨਾਲੋਂ ਠੀਕ ਨੇ। ਜਿਹੜੇ ਤੁਸੀਂ ਮਸੀਹ ਦੇ ਸਰੂਪ ਤੇ ਬਣਦੇ ਹੋ, ਰੱਬ ਦੇ ਦਾਸ ਨੇ ਦੱਸਿਆ ਤੁਹਾਡੇ ਕੰਮ ਠੀਕ ਆ, ਪਰ ਹੁਣ ਸਮਾਂ ਕਿਹੋ ਜਿਹਾ ਆ ਰਿਹਾ, ਹੁਣ ਕੀ ਹੋਣ ਵਾਲਾ, ਕੀ ਹੋ ਗਿਆ? ਕੁਝ ਇਹੋ ਜਿਹੇ ਲੋਕ ਇਹੋ ਜਿਹੀ ਤਾਲੀਮ ਲੈ ਕੇ ਆ ਵੜੇ ਆ, ਉਹ ਸੱਚੀ ਤਾਲੀਮ ਸਾਨੂੰ ਹੁਣ ਨਹੀਂ ਮਿਲੇਗੀ। ਹੁਣ ਡੁਪਲੀਕੇਟ ਗੱਲਾਂ ਸਾਡੇ ਕੋਲ ਆਉਣਗੀਆਂ, ਝੂਠੀ ਤਾਲੀਮ ਸਾਡੇ ਕੋਲ ਆ ਜਾਏਗੀ। ਇਹਦਾ ਧਿਆਨ ਅਸੀਂ ਰੱਖਣਾ। ਕਲਾਮ ਦੇ ਵਿੱਚ ਤਿਮੋਥਿਉਸ ਦਾ ਦੂਸਰਾ ਖਤ ਦਾ ਤੀਸਰਾ ਅਧਿਆਇ ਜਦੋਂ ਪੜ੍ਹਦੇ ਆ, ਇਹਦੇ ਅੰਦਰ ਇਹ ਸਾਰੀ ਤਵਾਰੀਖ, ਸਾਰੀ ਕਹਾਣੀ ਅੰਤ ਦੇ ਸਮੇਂ ਦੀ ਲਿਖੀ ਹੋਈ ਆ। ਖੁਦਾ ਦੇ ਕਲਾਮ 'ਚ ਲਿਖਿਆ, ਪਰ ਕੰਨਾਂ ਦੀ ਜ਼ਲੂਰ ਦੇ ਕਾਰਨ ਲੋਕੀ ਖਰੀ ਸਿੱਖਿਆ ਨਹੀਂ ਸੁਣਨਗੇ। ਕੰਨਾਂ ਦੀ ਜ਼ਲੂਰ, ਕੰਨਾਂ 'ਚ ਖਾਰਸ਼ ਹੁੰਦੀ ਆ, ਵਿੱਚ ਉਂਗਲ ਫੇਰਦੇ ਆ। ਹੁੰਦੀ ਕਿਉਂ ਆ? ਵਿੱਚ ਕੁਛ ਬੋਲੋ, ਕਿਉਂ ਕਰਦੇ ਆ ਭੈਣ? ਕਿਉਂ ਕੰਨ 'ਚ ਉਂਗਲੀ ਫੇਰਦੇ? ਵਿੱਚ ਕੁਝ ਗਿਆ ਹੋਇਆ। ਕੀ ਗਿਆ ਆ? ਇਮਾਨਦਾਰ ਲਿਖੀ ਜਾਏਗਾ। ਉਹ ਮਾੜੀ ਤਾਲੀਮ ਪਹਿਲੇ ਕੰਨਾਂ ਦੇ ਵਿੱਚ ਗਈ ਹੋਈ ਆ, ਉਹ ਫੁਸਫਸਾਉਂਦੀ ਆ। ਅਸੀਂ ਜਦੋਂ ਚੰਗੀ ਤਾਲੀਮ ਸੁਣਨ ਲੱਗਦੇ ਆ, ਸਾਨੂੰ ਖਿਆਲ ਆ ਜਾਂਦਾ ਉਹ ਵੀ ਅਸੀਂ ਸੁਣਿਆ, ਉਹ ਸੱਚ ਆ ਕਿ ਇਹ ਸੱਚ ਆ। ਕੰਨਾਂ 'ਚ ਜ਼ਰੂਰ ਹੋਏਗੀ ਤੇ ਖਰੀ ਸਿੱਖਿਆ ਸੁਣਨ ਤੋਂ ਅਸੀਂ ਆਪਣਾ ਮਨ ਕੀ ਕਰਾਂਗੇ? ਫੇਰ ਲਵਾਂਗੇ। ਕਲਾਮ 'ਚ ਲਿਖਿਆ, ਅੰਤ ਦਿਨਾਂ 'ਚ ਲੋਕੀ ਢੇਰ ਸਾਰੇ ਗੁਰੂ ਧਾਰਨਗੇ। ਗੁਰੂ ਦਾ ਮਤਲਬ ਰੱਬ ਨਹੀਂ ਹੁੰਦਾ। ਗੁਰੂ ਦਾ ਮਤਲਬ ਰੱਬ ਨਹੀਂ ਹੁੰਦਾ। ਕਿਤੇ ਕਹੋਗੇ ਵੀ ਉਹ ਜਿਹਨੂੰ ਗੁਰੂ ਬਣਾ ਲਿਆ ਉਹਨੂੰ ਸਭ ਕੁਝ ਮਿਲ ਜਾਂਦਾ, ਇਹ ਵੀ ਗੱਲ ਗਲਤ ਆ। ਗੁਰੂ
ਇੱਕ ਫਾਰਸੀ ਦਾ ਸ਼ਬਦ ਆ ਜਿਹਦੇ ਦੋ ਸ਼ਬਦ ਜੁੜੇ ਆ। ਪਹਿਲਾ ਹੈ ਗੋ ਤੇ ਦੂਸਰਾ ਹੈ रो। गो मैंने हनेरा, रो मैंने रोशनी। गुरु दो शब्दां च वंडिया जाता, हनेरे तो रोशनी वाल लैके जाण वाला। यानी जिन्हें तुहानू मसीह की पहचान कराई आ वो खुदा नहीं आ, वो कुछ देण योग नहीं है कि वो कह दे जाओ तुहाडे घर आ चीज हो जाएगी। ये जे ते खुदा दी वल्लों है तब ते होएगा। पर मैं ये कहना चाहुंदा जे कोई ये ईमान रखे कि पादरी को सब कुछ मंगना तो सब कुछ पादरी को एक इंसान है। गुरु को सब कुछ हुंदा नहीं, सिर्फ ओदे कोल चंद एक तलीम दीयां गल्लां जिहदे नाल वो आप बचिया, वो अगले नूं भी दसदा, जिहड़ा बच जाए वो ओनू अपना की मनदा आ, गुरु मनदा ना। गुरु तो भाव ये नहीं है भई वो सब कुछ देवेगा, क्योंकि जे जिन्हों गुरु बनाया वो पैसे नहीं दे सकता, वो होर चीज़ों नाल मदद नहीं कर सकता। ये सानू सब कुछ नहीं करना, पर गुरु का मतलब है हनेरे तो रोशनी वाल जाण वाला आत्मिक रस्ता दसना, वो गुरु हुंदा। ते बाइबल च लिखिया आखिरले समय लोकी उलझ जाणगे, उन्होंने अपनी सिक्ख्या ते शक पै जाएगी। कई लोग ने बपतिस्मे जेड़ा पादरी है चार गल्लां वध करे उद कोई लै लेंदे आ, कहते तू ही दे दे। मैं कई जानता पांच वारी बपतिस्मा लिया। बाइबल में कितनी बारी कहते लेना चाहिए? हाँ जी, केड़ा? पानी का बपतिस्मा। बाइबल च 7 बपतिस्मा का जिक्र आ, पर वो साडे वास्ते सभे नहीं हो सकता। वो 7 बपतिस्मे कोई पढ़ा के तुहानू मजबूर करे जी 7 लिखे आ, तुसीं 1 लिया। पर जे कोई इदां दा सवाल करे तो बाइबल दसदी आ ईमानदार दे लई केड़ा बपतिस्मा है। कुछ असी नहीं लै सकते, बाइबल ये दसदी आ वो क्यों नहीं लै सकते, वो साडी पहुंच तो अगली गल है। क्योंकि जो कुछ प्रभु यीशु मसीह ने किया ਉਹਦੇ ਨਾਲ ਇਹ सवाल होया सी, ਉਹਨੇ ਕਿਹਾ ਜਿਹੜਾ बपतिस्मा मैं ਲੈਣਾ ਤੁਸੀਂ ਲੈ ਸਕਦੇ हो। अनजान पुरे जो कहते असी लै सकते हाँ, पर उन्होंने पहुंच तो अगे गल सी। ये इस कारण होंदा है जदों असीं ढेर सारे गुरु धारते हाँ ते असीं गड़बड़ करते हाँ, असीं सोचण तो पहला कर लेंदे हाँ, ये असीं की करते हाँ, पाप कर लेंदे हाँ। सो जिहड़ी मैं गल तुहाडे नाल साझी करना जा रहा, प्रभु दे कलाम च लिखिया आखिर का समा आ गया, बाणी का काल पै रहा, पै जाना है। इहदे नालों भी वध पाबंदियां जिहड़ियां साडे उत्ते लागू हो जाणियां। फिर होना की आ? पाबंदियां लगणियां। सब तो पहले सेवक का नंबर आना, सेवक ने फड़िया जाना। क्योंकि जे पादरी ना होवे ते तुसीं इत्थे किसी ने भी चर्च विच आउणा, चर्च एक बिल्डिंग है, पूजन की थां नहीं है। ये तो एक शैल्टर है गर्मी सर्दी तो बचाने के लिए, धूड़ मिट्टी तो बचने के लिए। सफाई रख के असीं इत्थे बैठ जाते हाँ। कुछ अपना वरतों दी चीज़ां रखियां होईयां कि जिहड़ियां साडी संगत दे वरतन च आउंदियां। ये एक बैठण की जगह है, ये पूजन की जगह नहीं। मैं कई लोगों को इस तरह करते भी देखदा, जदों चर्च में आउंदे आ वो पहले चर्च के दरवाजे ते मत्था टेकदे आ। शायद उन्होंने ये भावना है, पर है गलत। इट्टां नूं मत्था टेकण दा साडा कोई मतलब नहीं। इस करके बाणी का काल पैण वाला है, समा शुरू हो गया। जो यीशु मसीह ने कहा 1 साल हो गया, पाबंदियां लगनियां शुरू हो गई। हाँ जी, अगे बढ़िए इस कलाम को। प्रकाश की पोथी काका साडा भाई उलझ जांदा, करिए की? पर तां भी तेरे उत्ते मैनू ये गिला है भई तू उस धीमी इजबल नूं ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਝੱਲੀ ਜਾਂਦਾ ਹੈ, ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਭਈ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜਾਵੇ ਖਾਣ। ਅਤੇ ਮੈਂ ਉਹਨੂੰ ਬੇਹਲ ਦਿੱਤਾ ਭਈ ਤੌਬਾ ਕਰੇ, ਪਰ ਉਹ ਆਪਣੀ ਹਰਾਮਕਾਰੀ ਤੋਂ ਤੌਬਾ ਕਰਨੀ ਨਹੀਂ ਚਾਹੁੰਦੀ ਹੈ। ਵੇਖ ਮੈਂ ਉਹਨੂੰ ਇੱਕ ਵਿਛੋਣੇ ਉੱਤੇ ਸੁੱਟਦਾ ਹਾਂ। 24 ਹੱਥ ਪੜ੍ਹ ਦਈਏ।
मैं ਤੁਹਾਨੂੰ ਅਰਥਾਤ ਦਊਤੀਰੇ ਮੈਂ ਤੁਹਾਨੂੰ ਅਰਥਾਤ ਥੁਆਤੀਰੇ ਵਿੱਚ ਹੋਰਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਇਹ ਸਿੱਖਿਆ ਨਹੀਂ ਹੈ, ਜਿਹੜੇ ਉਹਨਾਂ ਗੱਲਾਂ ਤੋਂ ਮਹਿਰਮ ਨਹੀਂ ਜਿਹੜੀਆਂ ਸ਼ੈਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ, ਇਹ ਕਹਿੰਦਾ ਹਾਂ ਵੀ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ, ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕ ਉਹਨੂੰ ਤਕੜਾਈ ਨਾਲ ਫੜੀ ਰੱਖੋ। ਫੜੀ ਰੱਖ ਨਹੀਂ, ਫੜੀ ਰੱਖੋ। ਇਹ ਹੁਕਮ ਕਲੀਸਿਆ ਨੂੰ ਹੈ, ਮੈਨੂੰ ਹੈ, ਤੁਹਾਨੂੰ ਹੈ। ਜਿਸ ਤਾਲੀਮ ਦੇ ਸੱਚੇ 'ਚ ਅਸੀਂ ਢਾਲੇ ਗਏ ਆ, ਸਾਨੂੰ ਆਪਣੇ ਪੈਰਾਂ ਵੱਲ ਧਿਆਨ ਦੇਣਾ ਪਏਗਾ। ਮੈਂ ਕਿੱਥੇ ਖੜਾ ਹਾਂ? ਮੈਂ ਮਸੀਹ ਵਿੱਚ ਹਾਂ ਤੇ ਮੈਨੂੰ ਹੋਰ ਮਜ਼ਬੂਤ ਹੋਣ ਦੀ ਲੋੜ ਹੈ। ਲਿਖਿਆ ਜੋ ਕੁਝ ਤੇਰੇ ਕੋਲ ਹੈ ਉਹਨੂੰ ਫੜੀ ਰੱਖੋ। ਈਮਾਨ ਦੇ ਨਾਲ ਉਸ ਤਾਲੀਮ ਨੂੰ ਫੜੀ ਰੱਖੋ, ਕਿਉਂਕਿ ਹੁਣ ਸਮਾਂ ਆ ਗਿਆ ਕਲਾਮ 'ਚ ਰਲਾ ਪੈਣ ਦਾ, ਕਲਾਮ ਦੇ ਵਿੱਚ ਮਿਲਾਵਟ ਕਰਨ ਦਾ। ਕਿਉਂਕਿ ਕੀ ਹੋ ਰਿਹਾ, ਸੇਵਕ ਬਾਈਬਲ ਦੇ ਆਧਾਰ ਤੇ ਜੋ ਦੇਖਦੇ ਹਾਂ, ਸੇਵਕਾਂ 'ਚ ਸ਼ੈਤਾਨ ਦੇ ਸੇਵਕ ਮਿਲ ਜਾਣਗੇ। ਉਹ ਉਹਨਾਂ ਸੰਗਤਾਂ 'ਚ ਚਲੇ ਜਾਣਗੇ ਜਿਹੜੀਆਂ ਪਹਿਲੇ ਬਣੀਆਂ ਹੋਈਆਂ, ਉਹਨਾਂ 'ਚ ਜਾ ਕੇ ਤਾਲੀਮ ਨੂੰ ਉਤਲ ਪੁਥਲ ਕਰ ਦੇਣਗੇ। ਉਹ ਤੁਹਾਨੂੰ ਤੇ ਮੈਨੂੰ ਕਲਾਮ 'ਚ ਇਹੋ ਜਿਹੀਆਂ ਦਲੀਲਾਂ, ਇਹੋ ਜਿਹੀਆਂ ਮਿਸਾਲਾਂ ਪੇਸ਼ ਕਰਨਗੇ, ਤੁਸੀਂ ਈਮਾਨ ਤੋਂ ਹਿੱਲ ਜਾਓਗੇ। ਜਦੋਂ ਈਮਾਨ ਚਲਾ ਗਿਆ ਤੇ ਫਿਰ ਸਾਡਾ ਕੁਝ ਵੀ ਰਹਿਣਾ, ਕਿਉਂਕਿ ਕਲਾਮ ਦੱਸਦਾ ਨੇਚਾ ਕਰਨ ਵਾਲਿਆਂ ਨੂੰ ਖੁਦਾ ਕੀ ਕਰਦਾ ਹੈ? ਪਿਆਰ ਕਰਦਾ ਹੈ। ਜਦੋਂ ਸਾਡੇ 'ਚ ਈਮਾਨ ਹੀ ਨਾ ਰਿਹਾ ਤੇ ਫਿਰ ਅਸੀਂ ਖੁਦਾ ਦੇ ਲੋਕ ਵੀ ਨਹੀਂ ਰਵਾਂਗੇ। ਤਾਂ ਲਿਖਿਆ ਹੈ ਜੋ ਕੁਝ ਤੁਹਾਡੇ ਕੋਲ ਹੈ ਉਹਨੂੰ ਫੜੀ ਰੱਖੋ। ਕਿਉਂ? ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰੇ ਕੰਮਾਂ ਦੀ ਪਾਲਣਾ ਕਰਦਾ ਹੈ, ਉਹਨੂੰ ਮੈਂ ਕੌਮਾਂ ਉੱਤੇ ਅਖਤਿਆਰ ਦਿਆਂਗਾ। ਅਜ਼ੀਜ਼ੋ, ਅਗਰ ਅਸੀਂ ਪ੍ਰਭੂ ਵਿੱਚ ਬਣੇ ਰਵਾਂਗੇ ਤੇ ਪ੍ਰਭੂ ਤੁਹਾਡੇ ਅੰਦਰ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਖੜੇ ਕਰੇਗਾ। ਉਹਦੇ ਬਦਲੇ 'ਚ ਖੁਦਾ ਤੁਹਾਨੂੰ ਜ਼ਿੰਦਗੀ ਦਾ ਮੁਕਤ ਇਨਾਮ ਦੇ ਵਿੱਚ ਦੇਵੇਗਾ। ਇਸ ਕਰਕੇ ਇਹਨਾਂ ਦਿਨਾਂ ਵਿੱਚ ਆਪਣੇ ਆਪ ਦੀ ਕਲਾਮ 'ਚ ਲਿਖਿਆ ਆਪਣੀ ਤੇ ਆਪਣੀ ਸਿੱਖਿਆ ਦੀ ਕੀ ਕਰੋ। ਤਿਮੋਥਿਉਸ ਦੇ ਖੱਤ ਦੇ ਅੰਦਰ ਪਹਿਲਾ ਖੱਤ 4 ਬਾਬ ਦੀ 11-12 ਜਦੋਂ ਪੜ੍ਹਦੇ ਲਿਖਿਆ ਆਪਣੀ ਤੇ ਆਪਣੀ ਸਿੱਖਿਆ ਦੀ ਰਾਖੀ ਕਰ। ਜੋ ਕੁਝ ਤੁਸੀਂ ਅੱਜ ਤੱਕ ਸਿੱਖਿਆ ਹੈ ਉਸ ਤਾਲੀਮ ਨੂੰ ਆਪਣੇ ਜੀਵਨ 'ਚ ਸਾਂਭ ਕੇ ਰੱਖੋ ਤੇ ਉਸ ਤੇ ਈਮਾਨ ਰੱਖੋ, ਉਹਦੇ ਵਿੱਚ ਬਣੇ ਰਹੋ ਔਰ ਪ੍ਰਭੂ ਦੇ ਵਚਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਦਿਨ ਪ੍ਰਤੀ ਦਿਨ ਬੁਰੇ ਆਉਂਦੇ ਜਾਣੇ ਨੇ, ਹੁਣ ਚੰਗੇ ਦਿਨ ਆਉਣੇ ਨਹੀਂ। ਪਰ ਸਾਨੂੰ ਕੀ ਕਰਨਾ ਹੈ? ਈਮਾਨ ਵਿੱਚ ਖੜੇ ਰਹਿਣਾ। ਜਿਹੜੀ ਤਾਲੀਮ ਅਸੀਂ ਸਿੱਖੀ ਆ ਉਹ ਝੂਠੀ ਸਿੱਖਿਆ ਤੋਂ ਉਸ ਨੂੰ ਬਚਾਈ ਰੱਖਣਾ ਹੈ, ਕਿਉਂਕਿ ਕਲਾਮ 'ਚ ਇਹ ਲਿਖਿਆ ਥੋੜਾ ਜਿਹਾ ਖਮੀਰ ਸਾਰੀ ਤੌਲ ਨੂੰ ਖਮੀਰਿਆ। ਇਸ ਲਈ ਜੇਕਰ ਅਸੀਂ ਆਪਣੀ ਤੇ ਆਪਣੀ ਸਿੱਖਿਆ ਦੀ ਸਾਂਭ ਕਰਾਂਗੇ, ਅਸੀਂ ਈਮਾਨ ਵਿੱਚ ਬਣੇ ਰਵਾਂਗੇ ਤੇ ਖੁਦਾਵੰਦ ਸੱਚਮੁੱਚ ਸਾਨੂੰ ਪਸੰਦ ਕਰੇਗਾ ਔਰ ਆਪਣੇ ਬਾਦਸ਼ਾਹੀ ਦੇ ਵਿੱਚ ਸਾਨੂੰ ਉਹ ਸਥਾਨ ਦੇਵੇਗਾ। ਅਗਰ ਅਸੀਂ ਤਾਲੀਮ 'ਚ ਗੜਬੜ ਕਰ ਲਈ, ਅਸੀਂ ਉਸ ਲਾਗ ਲਪੇਟ ਵਿੱਚ ਆ ਗਏ, ਆਪਣੇ ਪੈਰਾਂ ਤੋਂ ਉਖੜ ਗਏ ਤੇ ਸਾਡਾ ਫਿਰ ਕੋਈ ਵੀ ਟਿਕਾਣਾ ਨਹੀਂ ਹੋਵੇਗਾ। ਇਸ ਕਰਕੇ ਆਓ ਅੱਖਾਂ ਬੰਦ ਕਰੀਏ, ਜੋ ਕੁਝ ਸਿੱਖਿਆ ਹੈ ਉਸ ਨੂੰ ਬੜੀ ਤਕੜਾਈ ਨਾਲ ਫੜੀ ਰੱਖੀਏ। ਜਿਨ੍ਹਾਂ ਨੇ ਤੌਬਾ ਕਰ ਲਈ ਹੈ, ਬਪਤਿਸਮਾ ਲਿਆ ਹੈ, ਪਵਿੱਤਰ ਆਤਮਾ ਪਾਇਆ ਹੈ, ਵਚਨ ਨੂੰ ਪੂਰਾ ਕਰਦੇ ਨੇ, ਉਹਨਾਂ ਨੂੰ ਖੁਦਾ ਬਰਕਤ ਦੇਗਾ। ਜਿਹੜੇ ਅਜੇ ਪਿੱਛੇ ਨੇ ਉਹਨਾਂ ਨੂੰ ਚਾਹੀਦਾ ਹੈ ਅਜੇ ਥੋੜੇ ਸਮੇਂ ਦੇ ਵਿੱਚ, ਜਦ ਤੱਕ ਇਹ ਹਾਲਾਤ ਬਣ ਨਹੀਂ ਜਾਂਦੇ, ਇਸ ਤੋਂ ਪਹਿਲਾਂ ਅਸੀਂ ਪ੍ਰਭੂ ਦੇ ਨਾਲ ਆਪਣਾ ਜੀਵਨ ਜੋੜ ਦਈਏ, ਕਿਉਂਕਿ ਕਲਾਮ ਸਾਨੂੰ ਦੱਸਦਾ ਹਾਲਾਤ ਦਿਨ ਪ੍ਰਤੀ ਦਿਨ ਬੁਰੇ ਹੁੰਦੇ ਜਾਣਗੇ। ਇਹ ਕਲਾਮ 'ਚ ਲਿਖਿਆ ਉਹ ਕੰਮ ਪੂਰਾ ਹੋ ਰਿਹਾ ਹੈ ਜੋ ਯਿਸੂ ਮਸੀਹ ਨੇ ਕਿਹਾ। ਯਿਸੂ ਮਸੀਹ ਜਲਦੀ ਆਉਣ ਵਾਲਾ ਹੈ। ਅਗਰ ਉਹਦੇ ਨਾਲ ਜਾਣਾ ਹੈ, ਈਮਾਨ ਵਿੱਚ ਬਣੇ ਰਹੋ, ਤਾਲੀਮ ਵਿੱਚ ਬਣੇ ਰਹੋ, ਖੁਦਾ ਵਿੱਚ ਬਣੇ ਰਹੋ, ਪ੍ਰਭੂ ਦੇ ਕਲਾਮ ਵਿੱਚ ਬਣੇ ਰਹੋ। ਖੁਦਾ ਸਾਡੇ ਸਭ ਤੇ ਕਿਰਪਾ ਕਰਕੇ ਸਾਨੂੰ ਆਸ਼ੀਸ਼ ਦੇਗਾ। ਆਈਏ ਅੱਖਾਂ ਬੰਦ ਕਰੀਏ, ਆਪ ਆਪਣੀ ਜਾਂਚ ਕਰੀਏ, ਪ੍ਰਾਰਥਨਾ ਕਰੀਏ, ਪ੍ਰਭੂ ਸਾਡੇ ਸਭ ਤੇ ਕਿਰਪਾ ਕਰੇ।
ਤਾਰੀਫ। ਹਾਲੇਲੂਇਆ, ਹਾਲੇਲੂਇਆ।